Good morning, students. Now we will start our topic number 4th of chapter 3rd. ਅੱਜ ਆਪਾਂ ਕੀ ਕਰਨਾ, ਆਪਾਂ ਮੀਨਿੰਗ ਦੇਖਣਾ ਕਿ ਇਹਦਾ ਕੰਜ਼ਿਊਮਰਸ ਇਕੁਇਲਿਬਰੀਅਮ ਅਸਲ ਦੇ ਵਿੱਚ ਹੁੰਦਾ ਕੀ ਹੈ। ਠੀਕ ਹੈ, ਕੰਜ਼ਿਊਮਰਸ ਇਕੁਇਲਿਬਰੀਅਮ ਤੇ ਡਿਪੈਂਡ ਸਾਰਾ ਇਹ ਚੈਪਟਰ ਆ। ਸੋ ਦੇਖੋ, ਉਪਭੋਗੀ ਦੇ ਸੰਤੁਲਨ ਦਾ ਕੀ ਅਰਥ ਆ, ਕੀ ਕਹਿੰਦੇ ਆ ਕੰਜ਼ਿਊਮਰ ਇਜ਼ ਸੈਡ ਟੂ ਬੀ ਇਨ ਇਕੁਇਲਿਬਰੀਅਮ ਵੈਨ ਹਿਜ਼ expenditure on different goods and service yield him maximum satisfactions। ਪਹਿਲਾਂ ਦੇਖੋ, ਕੰਜ਼ਿਊਮਰ ਕੀ ਹੁੰਦਾ, ਕੰਜ਼ਿਊਮਰ ਕੋਈ ਵੀ ਉਪਭੋਗੀ ਉਹਨੂੰ ਕਿਹਾ ਜਾਂਦਾ ਜੋ ਵਸਤੂਆਂ ਨੂੰ ਕੀ ਆ ਖਰੀਦਦਾ। ਠੀਕ ਹੈ, ਜੋ ਵਸਤੂਆਂ ਨੂੰ ਕੰਜ਼ਿਊਮ ਕਰਦਾ। ਜਿਵੇਂ ਕਿ ਆਪਾਂ ਘਰ ਵਿੱਚ ਰਹਿ ਕੇ ਬਹੁਤ ਸਾਰੀਆਂ ਵਸਤੂਆਂ ਤੇ ਸੇਵਾਵਾਂ ਖਰੀਦਦੇ ਹਾਂ, ਉਹਦੇ ਬਦਲੇ ਦੇ ਵਿੱਚ ਕੁਝ ਪੇ ਕਰਦੇ ਹਾਂ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ, ਕੰਜ਼ਿਊਮਰ ਕਿਹਾ ਜਾਂਦਾ। ਠੀਕ ਹੈ, ਇਕੁਇਲਿਬਰੀਅਮ ਤੁਹਾਨੂੰ ਪਤਾ ਵੀ ਸੰਤੁਲਨ ਹੁੰਦਾ, ਐਕਸਪੈਂਡੀਚਰ ਹੁੰਦਾ ਖਰਚ। ਠੀਕ ਹੈ, ਜੋ ਕੰਜ਼ਿਊਮਰ ਪੈਸੇ ਦੇ ਕੇ ਵਸਤੂਆਂ ਲੈਂਦਾ, ਆਪਾਂ ਉਹਨੂੰ ਕੀ ਕਹਿੰਦੇ ਆ, ਐਕਸਪੈਂਡੀਚਰ ਕਿਹਾ ਜਾਂਦਾ। ਗੁਡਸ ਕੀ ਹੁੰਦੀਆਂ, ਵਸਤੂਆਂ। ਠੀਕ ਹੈ, ਕੋਈ ਵੀ ਗੁਡਸ ਹੋ ਸਕਦੀਆਂ ਉਹ। ਠੀਕ ਹੈ, ਜੋ ਵਿਜ਼ੀਬਲ ਹੁੰਦੀਆਂ ਮਤਲਬ ਦੇਖਣਯੋਗ ਹੁੰਦੀਆਂ, ਤੇ ਸਰਵਿਸਿਜ਼ ਇਨਵਿਜ਼ੀਬਲ ਹੁੰਦੀ ਹੈ ਮਤਲਬ ਉਹ ਦਿਖਦੀਆਂ ਨਹੀਂ। ਠੀਕ ਹੈ, ਉਹਨੂੰ ਸਿਰਫ ਮਹਿਸੂਸ ਕਰਦੇ ਆਪਾਂ। ਜਿਵੇਂ ਆਪਾਂ ਕਿਸੇ ਡਾਕਟਰ ਦੀ ਸਰਵਿਸ ਲੈ ਰਹੇ ਹਾਂ, ਕਿਸੇ ਟੀਚਰ ਦੀ ਸਰਵਿਸ ਲੈ ਰਹੇ ਹਾਂ। ਠੀਕ ਹੈ, ਉਹਦੇ ਬਦਲੇ 'ਚ ਕਹਿੰਦੇ ਯੀਲਡਸ ਮਤਲਬ ਕੋਈ ਚੀਜ਼ ਪ੍ਰਾਪਤ ਹੋਣਾ, ਕਿਸੇ ਚੀਜ਼ ਤੋਂ ਕੁਛ ਪ੍ਰੋਵਾਈਡ ਹੋਣਾ। ਠੀਕ ਹੈ, ਉਹਨੂੰ ਯੀਲਡ ਬੋਲਦੇ ਆ। ਹਿਮ ਮੈਕਸਿਮਮ ਸੈਟਿਸਫੈਕਸ਼ਨ, ਕਹਿੰਦੇ ਕੰਜ਼ਿਊਮਰ ਇਜ਼ ਸੈਡ ਟੂ ਬੀ ਇਨ ਇਕੁਇਲਿਬਰੀਅਮ। ਕਹਿੰਦੇ ਕੰਜ਼ਿਊਮਰ ਨੂੰ ਉਹਦੀ ਸੰਤੁਲਨ ਦੀ ਸਥਿਤੀ ਦੇ ਵਿੱਚ ਕਿਹਾ ਜਾਂਦਾ ਜਦੋਂ ਕਿ ਕਹਿੰਦੇ ਉਹ ਡਿਫਰੈਂਟ ਸਰਵਿਸਿਜ਼ ਤੇ ਖਰਚਾ ਕਰਦਾ। ਠੀਕ ਹੈ, ਤੇ ਉਹਦੇ ਬਦਲੇ ਵਿੱਚ ਉਹਨੂੰ ਕੀ ਹੈ, ਮੈਕਸਿਮਮ ਸੈਟਿਸਫੈਕਸ਼ਨ ਪ੍ਰਾਪਤ ਹੁੰਦੀ ਆ, ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਦੇਖੋ, ਹੁਣ ਜਦੋਂ ਆਪਾਂ ਕੋਈ ਵੀ ਚੀਜ਼ ਪ੍ਰਾਪਤ ਕਰਦੇ ਹਾਂ, ਆਪਾਂ ਕਹਿੰਦੇ ਆ ਵੀ ਇੰਨੇ ਪੈਸਿਆਂ ਵਿੱਚ ਇੰਨੀ ਚੀਜ਼ ਮਿਲ ਜੇ ਤਾਂ ਬਹੁਤ ਵਧੀਆ ਗੱਲ ਆ। ਠੀਕ ਹੈ, ਉੱਦਾਂ ਹੀ ਆਪਾਂ ਨੂੰ ਮੈਕਸਿਮਮ ਸੈਟਿਸਫੈਕਸ਼ਨ ਉਹਦੀ ਹੁੰਦੀ ਹੈ ਜਦੋਂ ਆਪਾਂ ਕੀ ਖੁਸ਼ ਹੁੰਦੇ ਹਾਂ ਉਹ ਚੀਜ਼ ਨੂੰ ਪਾ ਕੇ, ਵੀ ਹਾਂ ਅਸੀਂ ਇਹਦੇ ਬਦਲੇ ਇੰਨੇ ਹੀ ਪੈਸੇ ਦੇਣੇ ਸੀ ਤੇ ਆਪਾਂ ਨੂੰ ਇੰਨੇ ਹੀ ਦੇਣੇ ਪਏ। ਸੋ ਆਪਾਂ ਕੀ ਕਹਿ ਸਕਦੇ ਹਾਂ ਵੀ ਕੰਜ਼ਿਊਮਰ ਉਦੋਂ ਹੀ ਕੀ ਆ, ਇਕੁਇਲਿਬਰੀਅਮ ਦੇ ਵਿੱਚ ਆ ਜਦੋਂ ਕੀ ਆ ਕੋਈ ਵੀ ਗੁਡਸ ਤੇ ਸਰਵਿਸ ਤੇ ਜਦੋਂ ਖਰਚਾ ਕਰਦਾ ਤੇ ਉਹਨੂੰ ਉਹਦੇ ਬਦਲੇ ਵਿੱਚ ਵੱਧ ਤੋਂ ਵੱਧ ਮੈਕਸਿਮਮ ਸੈਟਿਸਫੈਕਸ਼ਨ ਮਿਲੇ। ਸੋ ਦੇਖੋ, ਨੋ ਮੂਵ ਔਨ ਹਿਜ਼ ਪਾਰਟ ਕੈਨ ਇਨਕਰੀਜ਼ ਹਿਜ਼ ਸੈਟਿਸਫੈਕਸ਼ਨ। ਠੀਕ ਹੈ, ਕਹਿੰਦੇ ਜੇ ਕੰਜ਼ਿਊਮਰ ਕਿਸੇ ਇਕੁਇਲਿਬਰੀਅਮ 'ਚ ਆ। ਠੀਕ ਹੈ, ਕੰਜ਼ਿਊਮਰ ਕੋਈ ਵੀ ਆ ਇਕੁਇਲਿਬਰੀਅਮ ਤੇ ਆ, ਨਾ ਉਹ ਇੱਧਰ ਜਾਣਾ ਚਾਹੁੰਦਾ ਨਾ ਇੱਧਰ ਜਾਣਾ ਚਾਹੁੰਦਾ। ਠੀਕ ਹੈ, ਨੋ ਮੂਵ ਮਤਲਬ ਨਾ ਇੱਧਰ ਨੂੰ ਮੂਵ ਕਰਨਾ ਚਾਹੁੰਦਾ ਨਾ ਹੀ ਇੱਧਰ ਨੂੰ ਮੂਵ ਕਰਨਾ, ਮਤਲਬ ਨਾ ਹੀ ਵੱਧ ਪੈਸੇ ਦੇਣਾ ਚਾਹੁੰਦਾ ਉਹਦੇ ਬਦਲੇ ਨਾ ਹੀ ਘੱਟ ਪੈਸੇ ਦੇਣਾ ਚਾਹੁੰਦਾ। ਠੀਕ ਹੈ, ਉਹਨੂੰ ਕੀ ਆ, ਕਹਿੰਦੇ ਜਦੋਂ ਵੀ ਉਹ ਇੱਧਰ ਉੱਧਰ ਜਾਊਗਾ ਤਾਂ ਉਹਦੀ ਸੈਟਿਸਫੈਕਸ਼ਨ ਕੀ ਆ, ਇਨਕਰੀਜ਼ ਨਹੀਂ ਹੋਊਗੀ। ਠੀਕ ਹੈ, ਹੁਣ ਆਪਾਂ ਕਹਿ ਸਕਦੇ ਹਾਂ ਵੀ ਨੋ ਮੂਵ ਔਨ ਹਿਜ਼ ਪਾਰਟ ਕੈਨ ਇਨਕਰੀਜ਼ ਹਿਜ਼ ਸੈਟਿਸਫੈਕਸ਼ਨ, ਮਤਲਬ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੂਵ ਜੇ ਇਹ ਇਕੁਇਲਿਬਰੀਅਮ ਤੋਂ ਇੱਧਰ ਜਾਂ ਉੱਧਰ ਕਰਦਾ ਤਾਂ ਉਹਨੂੰ ਸੈਟਿਸਫੈਕਸ਼ਨ ਕੀ ਆ, ਉਹਦੀ ਨਹੀਂ ਵੱਧਦੀ। ਠੀਕ ਹੈ, ਇਨ ਸਿੰਪਲ ਵਰਡਸ ਅੱਗੇ ਦੇਖੋ, ਕੰਜ਼ਿਊਮਰ ਇਕੁਇਲਿਬਰੀਅਮ ਰੈਫਰਸ ਟੂ ਦੈਟ ਸਿਚੁਏਸ਼ਨ। ਕਹਿੰਦੇ ਕੰਜ਼ਿਊਮਰ ਸਿੰਪਲ ਵਰਡਸ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ, ਕਹਿੰਦੇ ਕੰਜ਼ਿਊਮਰ ਇਕੁਇਲਿਬਰੀਅਮ ਇੱਕ ਉਹੋ ਜਿਹੀ ਅਵਸਥਾ, ਉਹੋ ਜਿਹੀ ਸਿਚੁਏਸ਼ਨ ਆ, ਉਹੋ ਜਿਹੀ ਸਥਿਤੀ ਆ ਇਨ ਵਿੱਚ ਕੰਜ਼ਿਊਮਰ ਸਪੈਂਡ ਹਿਜ਼ ਗਿਵਨ ਮਨੀ ਇਨਕਮ। ਗਿਵਨ ਮਨੀ ਇਨਕਮ ਮਤਲਬ ਜਿੰਨੀ ਕੀ ਆਪਣੀ ਇਨਕਮ ਹੁੰਦੀ ਹੈ। ਠੀਕ ਹੈ, ਆਪਾਂ ਕੰਜ਼ਿਊਮਰ ਆ। ਠੀਕ ਹੈ, ਤੇ ਆਪਾਂ ਆਪਣੀ ਕੀ ਹੈ, ਇੱਕ ਮੌਦਰਿਕ ਆਮਦਨ ਹੁੰਦੀ ਹੈ। ਠੀਕ ਹੈ, ਜੋ ਆਪਾਂ ਨੂੰ ਪੈਸਿਆਂ ਦੇ ਰੂਪ ਵਿੱਚ ਮਿਲਦੀ ਆ ਔਨ ਡਿਫਰੈਂਟ ਗੁਡਸ ਐਂਡ ਸਰਵਿਸਿਜ਼ ਇਨ ਸੱਚ ਆ ਵੇ that he get maximum satisfaction। ਠੀਕ ਹੈ, ਜਿਵੇਂ ਕਿ ਆਪਾਂ ਉੱਪਰ ਹੀ ਪੜ੍ਹਿਆ ਉੱਦਾਂ ਹੀ ਲਿਖਿਆ ਹੋਇਆ ਸਾਰਾ ਕੁਝ। ਠੀਕ ਹੈ, ਦੇਖੋ ਕਹਿੰਦੇ ਕੰਜ਼ਿਊਮਰ ਇੱਕ ਇਕੁਇਲਿਬਰੀਅਮ ਇੱਕ ਅਜਿਹੀ ਜਿਹੀ ਸਥਿਤੀ ਆ ਜਿਹਦੇ ਤੇ ਕੀ ਆ, ਉਹ ਆਪਣੀ ਇਨਕਮ ਇਸ ਤਰ੍ਹਾਂ ਖਰਚ ਕਰਦਾ, ਇਨ ਸੱਚ ਆ ਵੀ ਇਸ ਤਰ੍ਹਾਂ ਖਰਚ ਕਰਦਾ, ਇਹੋ ਜਿਹੇ ਤਰੀਕੇ ਨਾਲ ਖਰਚ ਕਰਦਾ ਕਿ ਉਹਨੂੰ ਜਿਹੜੀ ਗੁਡਸ ਤੇ ਸਰਵਿਸ ਤੇ ਕੀਤਾ ਜਾਣ ਵਾਲਾ ਖਰਚਾ, ਠੀਕ ਹੈ, ਉਹ ਖਰਚ ਕਰਨ ਤੋਂ ਬਾਅਦ ਉਹਨੂੰ ਕੀ ਹੈ, ਮੈਕਸਿਮਮ ਸੈਟਿਸਫੈਕਸ਼ਨ ਮਤਲਬ ਸੰਤੁਸ਼ਟੀ ਹੈ ਜਿਹੜੀ ਪ੍ਰਾਪਤ ਹੁੰਦੀ ਹੈ। ਐਂਡ ਹੀ ਹੈਜ਼ ਨੋ ਟੈਂਡੈਂਸੀ ਪ੍ਰਵਿਰਤੀ ਮਤਲਬ ਉਹਦੀ ਕੋਈ ਵੀ ਪ੍ਰਵਿਰਤੀ ਨਹੀਂ ਹੁੰਦੀ, ਉਹਦਾ ਕੋਈ ਵੀ ਝੁਕਾਵ ਨਹੀਂ ਹੁੰਦਾ ਟੂ ਮੇਕ ਐਨੀ ਚੇਂਜ ਇਨ ਹਿਜ਼ ਸਿਚੁਏਸ਼ਨ। ਕਹਿੰਦੇ ਇੱਕ ਉਹ ਜਿਹੀ ਸਥਿਤੀ ਹੈ ਜਿਹਦੇ ਤੇ ਕੀ ਆ, ਉਹ ਸੈਟਿਸਫੈਕਸ਼ਨ ਮੈਕਸਿਮਮ ਸੈਟਿਸਫੈਕਸ਼ਨ ਪ੍ਰਾਪਤ ਕਰਦਾ, ਤੇ ਕਹਿੰਦੇ ਇਹੋ ਜਿਹੀ ਪ੍ਰਵਿਰਤੀ ਦੇ ਵਿੱਚ ਕਹਿੰਦੇ ਉਹ ਕੋਈ ਵੀ ਚੀਜ਼ ਨਹੀਂ ਚਾਹੁੰਦਾ। ਠੀਕ ਹੈ, ਉਹ ਇਹੀ ਸਥਿਤੀ ਤੇ ਟਿਕਣਾ ਚਾਹੁੰਦਾ ਹੈ। ਠੀਕ ਹੈ, ਇਸ ਤੋਂ ਅੱਗੇ ਇਹਦੀ ਡੈਫੀਨੇਸ਼ਨ ਦੇਖੋ ਕੀ ਆ, ਅਕੋਰਡਿੰਗ ਟੂ ਸੈਮੂਅਲਸਨ। ਠੀਕ ਹੈ, ਦਾ ਕੰਜ਼ਿਊਮਰ ਇਜ਼ ਇਨ ਇਕੁਇਲਿਬਰੀਅਮ ਵੈਨ ਹੀ ਮੈਕਸੀਮਾਈਜ਼ ਹਿਜ਼ ਸੈਟਿਸਫੈਕਸ਼ਨ
ਗਿਵਨ ਹਿਜ਼ ਇਨਕਮ ਐਂਡ ਦਾ ਮਾਰਕੀਟ ਪ੍ਰਾਈਜ਼ਸ। ਠੀਕ ਹੈ, ਆਪਾਂ ਕੀ ਕਹਿ ਸਕਦੇ ਹਾਂ ਕਿ ਕੰਜ਼ਿਊਮਰ ਉਦੋਂ ਹੀ ਇਕੁਇਲਿਬਰੀਅਮ ਦੇ ਵਿੱਚ ਹੁੰਦਾ ਜਦੋਂ ਉਹਦੀ ਕੀ ਹੈ ਸੈਟਿਸਫੈਕਸ਼ਨ ਆ ਜਿਹੜੀ ਉਹ ਮੈਕਸਿਮਮ ਹੁੰਦੀ ਆ ਕਾਹਦੇ ਤੇ, ਉਹਦੀ ਇਨਕਮ ਐਂਡ ਪ੍ਰਾਈਜ਼। ਦੇਖੋ ਮਾਰਕੀਟ ਪ੍ਰਾਈਜ਼ਸ ਕੀ ਆ, ਦੇਖੋ ਹੁਣ ਉਹਦੀ ਇਨਕਮ ਆ, ਆਪਾਂ ਸੋਚਦੇ ਹਾਂ ਵੀ ਆਪਾਂ ਆਪਦੀ ਇਨਕਮ ਨੂੰ ਇਸ ਹਿਸਾਬ ਨਾਲ ਕੀ ਆ ਖਰਚ ਕਰਨਾ ਕਿ ਆਪਾਂ ਨੂੰ ਕੀ ਹੈ ਮੈਕਸਿਮਮ ਸੈਟਿਸਫੈਕਸ਼ਨ ਪ੍ਰਾਪਤ ਹੋ ਸਕੇ। ਮਾਰਕੀਟ ਪ੍ਰਾਈਜ਼ਸ ਮਤਲਬ ਉਹ ਗੁड्स ਦੇ ਪ੍ਰਾਈਜ਼ਸ ਵੀ ਉਨੇ ਆ ਜਿੰਨੇ ਆਪਾਂ ਪੇ ਕਰਨੇ ਚਾਹੁੰਦੇ ਹਾਂ। ਠੀਕ ਹੈ, ਆਪਾਂ ਸਿੰਪਲ ਵਰਡਸ 'ਚ ਕੀ ਕਹਿ ਸਕਦੇ ਹਾਂ ਵੀ ਕੰਜ਼ਿਊਮਰ ਉਹਦੀ ਹੀ ਇਕੁਇਲਿਬਰੀਅਮ ਦੇ ਵਿੱਚ ਆ ਜਦੋਂ ਕੀ ਆ ਉਹਦੀ ਜਿਹੜੀ ਸੈਟਿਸਫੈਕਸ਼ਨ ਆ ਉਹ ਮੈਕਸਿਮਮ ਹੁੰਦੀ ਹੈ। ਠੀਕ ਹੈ, ਇਸ ਤੋਂ ਅੱਗੇ ਦੇਖੋ ਹੁਣ ਕੰਜ਼ਿਊਮਰ ਇਕੁਇਲਿਬਰੀਅਮ ਜੋ ਆਪਾਂ ਕਰ ਰਹੇ ਹਾਂ ਉਹਦੇ ਵੀ ਕੁਝ ਮਾਨਤਾਵਾਂ ਵੀ ਆ। ਮਾਨਤਾਵਾਂ ਮਤਲਬ ਅਜ਼ੰਪਸ਼ਨਸ, ਕੁਝ ਚੀਜ਼ਾਂ ਕੀ ਆ ਮੰਨ ਕੇ ਚੱਲੀਆਂ ਜਾਂਦੀਆਂ। ਦੇਖੋ ਕੀ ਮੰਨ ਕੇ ਚੱਲਿਆ ਜਾਂਦਾ। ਠੀਕ ਹੈ, ਆਪਣੀ ਇਕਨੋਮਿਕਸ ਦੇ ਵਿੱਚ ਜੋ ਤੁਸੀਂ ਪੜ੍ਹ ਰਹੇ ਹੋ ਠੀਕ ਹੈ ਉੱਥੇ ਬਹੁਤ ਜ਼ਿਆਦਾ ਲॉज ਆਉਣਗੇ। ਠੀਕ ਹੈ, ਜਿਹੜੇ ਵੀ ਲॉज ਆਉਣਗੇ ਉਹਦੀਆਂ ਅਜ਼ੰਪਸ਼ਨਸ ਜ਼ਰੂਰ ਹੋਣਗੀਆਂ ਵੀ ਇਹ ਮੰਨ ਕੇ ਚੱਲੋਗੇ ਤਾਂ ਹੀ ਲਾਅ ਆ ਜਿਹੜਾ ਉਹ ਆ ਕੀ ਹੋਊਗਾ ਇਹਦੇ ਤੇ ਕੋਈ ਵੀ ਲਾਅ ਮਤਲਬ ਲਾਗੂ ਹੋਊਗਾ। ਠੀਕ ਹੈ, ਅਜ਼ੰਪਸ਼ਨਸ ਕੀ ਆ, ਅਜ਼ੰਪਸ਼ਨ ਮਤਲਬ ਅਜ਼ਿਊਮ ਕਰਕੇ ਚੱਲਣਾ, ਮੰਨ ਕੇ ਚੱਲਣਾ। ਕੰਜ਼ਿਊਮਰ ਐਕਟਸ ਰੈਸ਼ਨਲ, ਅਭੋਗੀ ਵਿਵੇਕਸ਼ੀਲ ਹੈ। ਵਿਵੇਕਸ਼ੀਲ ਕੀ ਹੁੰਦਾ ਮਤਲਬ ਜਿਹੜਾ ਕੰਜ਼ਿਊਮਰ ਆ ਠੀਕ ਹੈ ਉਹ ਵਿਵੇਕਸ਼ੀਲ ਆ, ਮਤਲਬ ਕੀ ਆ ਉਹਦੀ ਜੋ ਇਨਕਮ ਦਿੱਤੀ ਹੁੰਦੀ ਆ ਉਹਦੇ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ। ਆਪਾਂ ਨੂੰ ਵੀ ਪਤਾ ਠੀਕ ਹੈ ਆਪਾਂ ਆਪਦੀ ਇਨਕਮ ਨੂੰ ਇਸ ਹਿਸਾਬ ਨਾਲ ਖਰਚ ਕਰਨਾ ਚਾਹੁੰਦੇ ਹਾਂ ਵੀ ਆਪਾਂ ਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋ ਸਕੇ, ਆਪਾਂ ਵੇਸਟ ਨਹੀਂ ਕਰਨਾ ਚਾਹੁੰਦੇ। ਠੀਕ ਹੈ, ਇਹ ਮੰਨ ਕੇ ਚੱਲਦੇ ਆ ਵੀ ਕੰਜ਼ਿਊਮਰ ਕੀ ਆ ਉਹ ਰੈਸ਼ਨਲੀ ਆ। ਠੀਕ ਹੈ, ਐਕਟ ਐਜ਼ ਰੈਸ਼ਨਲ। It means the consumer aims at maximizing his satisfaction given his limited income resources। ਠੀਕ ਹੈ, ਆਪਾਂ ਨੂੰ ਪਤਾ ਆਪਣੀ ਜਿਹੜੀ ਇਨਕਮ ਆਉਂਦੀ ਆ ਉਹਦੇ ਸਾਧਨਾ ਬਹੁਤ ਘੱਟ ਆ, ਬਹੁਤ ਘੱਟ ਸਾਧਨਾਂ ਤੋਂ ਇਨਕਮ ਆਉਂਦੀ ਹੈ। ਠੀਕ ਹੈ, ਤੇ ਆਪਣਾ ਏਮ ਕੀ ਹੁੰਦਾ, ਆਪਣਾ ਉਦੇਸ਼ ਕੀ ਹੁੰਦਾ ਕਿ ਆਪਾਂ ਆਪਦੀ ਇਨਕਮ ਨੂੰ ਆਪਦੇ ਪੈਸੇ ਨੂੰ ਇਹੋ ਜਿਹੀ ਜਗ੍ਹਾ ਤੇ ਖਰਚ ਕਰੀਏ ਜਾਂ ਇਸ ਤਰ੍ਹਾਂ ਖਰਚ ਕਰੀਏ ਕਿ ਆਪਣੀ ਜਿਹੜੀ ਸੈਟਿਸਫੈਕਸ਼ਨ ਆ ਸੰਤੁਸ਼ਟੀ ਆ ਕਿ ਵੱਧ ਹੋ ਸਕੇ। ਠੀਕ ਹੈ, ਦਿੱਤੀ ਆਮਦਨ ਦੇ ਨਾਲ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਦਾ ਹੈ ਉਹਨੂੰ ਹੀ ਅਭੋਗੀ ਵਿਵੇਕਸ਼ੀਲ ਮੰਨਿਆ ਜਾਂਦਾ ਹੈ। ਠੀਕ ਹੈ, ਇਸ ਤੋਂ ਅੱਗੇ ਦੀ ਸੈਕਿੰਡ ਅਜ਼ੰਪਸ਼ਨ ਕੀ ਆ, ਪਰਫੈਕਟ ਨੌਲੇਜ ਅਬਾਊਟ ਦਾ ਮਾਰਕੀਟ। ਠੀਕ ਹੈ, ਮਾਰਕੀਟ ਦੇ ਵਿੱਚ ਪਤਾ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਠੀਕ ਹੈ ਆਪਾਂ ਨੂੰ ਪਤਾ ਵੀ ਆਹ ਚੀਜ਼ ਇੰਨੇ ਦੀ ਆ ਤੇ ਇੰਨੀ ਮਾਤਰਾ ਦੇ ਵਿੱਚ ਆਪਾਂ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਆਪਾਂ ਕੀ ਮੰਨਣਾ ਉਹਨਾਂ ਨੇ ਕੀ ਕੀਤਾ ਅਜ਼ਿਊਮ ਕਰਕੇ ਚੱਲਣਾ ਕਿ ਜਿਹੜਾ ਕੰਜ਼ਿਊਮਰ ਆ ਉਹਨੂੰ ਬਾਜ਼ਾਰ ਦੀ ਪੂਰੀ ਜਾਣਕਾਰੀ ਹੈ। ਠੀਕ ਹੈ, ਇਟ ਇਜ਼ ਅਜ਼ਿਊਮਡ ਦੈਟ ਕੰਜ਼ਿਊਮਰ ਹੈਜ਼ ਪਰਫੈਕਟ ਨੌਲੇਜ ਅਬਾਊਟ ਮਾਰਕੀਟ ਕੰਡੀਸ਼ਨਸ। ਮਾਰਕੀਟ ਕੰਡੀਸ਼ਨਸ ਮਤਲਬ ਉਹਨੂੰ ਪਤਾ ਵੀ ਬਾਜ਼ਾਰ ਵਿੱਚ ਕੀ ਰੇਟ ਚੱਲ ਰਹੇ ਆ। ਠੀਕ ਹੈ, ਜਿਵੇਂ ਪੈਨ ਦੀ ਕੀਮਤ ਆਪਾਂ ਨੂੰ ਪਤਾ ਵੀ 10 ਰੁਪਏ ਜਾਂ 5 ਰੁਪਏ ਆ। ਠੀਕ ਹੈ, ਮਤਲਬ ਪਰਫੈਕਟ ਨੌਲੇਜ ਹੋਣੀ ਚਾਹੀਦੀ ਹੈ ਕੋਈ ਵੀ ਕੰਜ਼ਿਊਮਰ ਆ। ਠੀਕ ਹੈ, ਉਹਨੂੰ ਇਟ ਮੀਨਸ ਦਾ ਕੰਜ਼ਿਊਮਰ ਨੋਜ਼ ਅਬਾਊਟ ਦਾ ਕਮੋਡਿਟੀ, ਉਹਨੂੰ ਜਿਹੜੀ ਵਸਤੂ ਖਰੀਦਣੀ ਆ ਉਹਦੇ ਬਾਰੇ ਪੂਰਾ ਪਤਾ, ਉਹਦੀ ਕੁਆਲਿਟੀ ਬਾਰੇ ਪਤਾ। ਠੀਕ ਹੈ, ਉਹਨੂੰ ਪਤਾ ਵੀ ਜਿਹੜੀ ਚੰਗੀ ਕੁਆਲਿਟੀ ਦੀ ਉਹ ਮਹਿੰਗੀ ਆਊਗੀ। ਠੀਕ ਹੈ, ਜਿਹੜੀ ਲੋ ਕੁਆਲਿਟੀ ਦੀ ਆ ਉਹ ਕੀ ਆ ਉਹ ਸਸਤੀ ਆਊਗੀ। ਠੀਕ ਹੈ, ਤੇ ਇਹ ਕਿੱਥੇ ਅਵੇਲੇਬਲ ਹੁੰਦੀ ਹੈ। ਠੀਕ ਹੈ, ਇਹ ਸਾਰਾ ਕੁਝ ਕੀ ਹੈ ਆਪਾਂ ਮੰਨ ਕੇ ਚੱਲਣਾ ਵੀ ਕੰਜ਼ਿਊਮਰ ਨੂੰ ਪੂਰੀ ਤਰ੍ਹਾਂ ਦੇ ਨਾਲ ਪਤਾ। ਠੀਕ ਹੈ, ਇਸ ਤੋਂ ਅੱਗੇ ਕੀ ਮੰਨਣਾ ਵੀ ਜਿਹੜੀ ਆਪਾਂ ਯੂਟਿਲਿਟੀ ਲੈਂਦੇ ਹਾਂ। ਠੀਕ ਹੈ, ਯੂਟਿਲਿਟੀ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਤੁਸ਼ਟੀਗੁਣ ਬਾਰੇ। ਉਹ ਕੀ ਆ ਕਾਰਡੀਨਲ ਮੈਜ਼ਰਮੈਂਟ ਆਫ ਯੂਟਿਲਿਟੀ। ਤੁਸ਼ਟੀਗੁਣ ਨੂੰ ਗਿਣਤੀ ਵਿੱਚ ਮਾਪਿਆ ਜਾ ਸਕਦਾ ਹੈ। ਆਪਾਂ ਲਿਖਿਆ ਸੀ ਨਾ MU ਤੇ TU ਆਪਾਂ ਕੱਢਿਆ ਸੀ। ਠੀਕ ਹੈ, MU ਤੇ TU ਉਹ ਕਾਹਦੇ ਵਿੱਚ ਲਿਖਿਆ ਸੀ ਆਪਾਂ ਨੰਬਰ ਫਾਰਮ ਵਿੱਚ ਲਿਖਿਆ ਸੀ 1 2 3 4 5 ਹੈ ਨਾ। ਦੇਖੋ ਇਟ ਇਜ਼ ਅਜ਼ਿਊਮਡ ਦੈਟ ਠੀਕ ਹੈ ਕੀ ਅਜ਼ਿਊਮ ਕਰਕੇ ਚੱਲਦੇ ਯੂਟਿਲਿਟੀ ਕੈਨ ਬੀ ਮੈਜ਼ਰ ਇਨ ਦਾ ਕਾਰਡੀਨਲ ਨੰਬਰ। ਕਾਰਡੀਨਲ ਨੰਬਰ ਹੁੰਦਾ ਮਤਲਬ 1 2 3 4। ਠੀਕ ਹੈ, ਆਪਾਂ ਕਹਿ ਸਕਦੇ ਹਾਂ ਵੀ ਇਹ ਯੂਨਿਟ ਆ ਜਿਹੜੀ ਆਪਾਂ ਇਕਾਈਆਂ ਨੂੰ ਮਾਪਦੇ ਸੀ, ਨੰਬਰਾਂ ਦੇ ਵਿੱਚ ਮਾਪਦੇ ਸੀ, ਗਿਣਤੀ ਦੇ ਵਿੱਚ ਮਾਪਦੇ ਆ। ਠੀਕ ਹੈ, ਇਹ ਵੀ ਕੀ ਹੈ ਇਹਦੀ ਇੱਕ ਅਜ਼ੰਪਸ਼ਨ ਆ। ਠੀਕ ਹੈ, ਯੂਟਿਲਿਟੀ ਨੂੰ ਯਾਦ ਰੱਖਣਾ ਤੁਸੀਂ ਯੂਟਿਲਸ ਵਿੱਚ ਮਾਪਿਆ ਜਾਂਦਾ। ਠੀਕ ਹੈ, ਹੁਣ ਕੀ ਆ ਕਾਰਡੀਨਲ ਨੰਬਰਸ ਦੇ ਵਿੱਚ ਕੀ ਆ ਉਹਨੂੰ ਆਪਾਂ ਪਲੱਸ ਵੀ ਕਰ ਸਕਦੇ ਹਾਂ, ਮਾਈਨਸ ਵੀ ਕਰ ਸਕਦੇ ਹਾਂ, ਮਲਟੀਪਲੀਕੇਸ਼ਨ ਵੀ ਕਰ ਸਕਦੇ ਹਾਂ ਤੇ ਡਿਵਾਈਡ ਵੀ ਕਰ ਸਕਦੇ ਹਾਂ। ਠੀਕ ਹੈ, ਇਸ ਤੋਂ ਅੱਗੇ ਦੇਖੋ ਇੰਡੀਪੈਂਡੈਂਟ ਯੂਟਿਲਿਟੀ। ਇੰਡੀਪੈਂਡੈਂਟ ਮਤਲਬ ਉਹ ਕੀ ਆ ਆਤਮ ਨਿਰਭਰ ਆ। ਠੀਕ ਹੈ, ਕੌਣ ਤੁਸ਼ਟੀਗੁਣ। ਦੇਖੋ ਇਟ ਇਜ਼ ਅਜ਼ਿਊਮਡ ਦੈਟ utility of a commodity is not affected by the consumption of other goods। ਦੇਖੋ ਆਪਾਂ ਨੂੰ ਜੇ ਪਿਆਸ ਲੱਗੀ ਆ ਠੀਕ ਹੈ ਤੇ ਭੁੱਖ ਵੀ ਲੱਗੀ ਆ, ਹੁਣ ਆਪਾਂ ਖਾ ਲਈ ਆ ਚੀਜ਼ ਕੋਈ ਵੀ ਉਹਦੇ ਨਾਲ ਆਪਣੀ ਕੀ ਆ ਭੁੱਖ ਮਿਟੂਗੀ ਨਾ ਕਿ ਪਿਆਸ। ਜੇ ਮੰਨ ਲਓ ਆਪਾਂ ਨੂੰ ਕੀ ਆ ਆਪਾਂ ਨੂੰ ਪਿਆਸ ਵੀ ਲੱਗੀ ਆ ਤੇ ਭੁੱਖ ਵੀ ਲੱਗੀ ਆ। ਠੀਕ ਹੈ, ਆਪਾਂ ਪਾਣੀ ਪੀ ਲਿਆ ਉਹਦੇ ਨਾਲ ਪਿਆਸ ਮਿਟੂਗੀ ਆਪਣੀ ਭੁੱਖ ਨਹੀਂ।
ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਹਰੇਕ ਵਸਤੂ ਦੀ ਆ ਆਪਦੀ ਕੀ ਆ ਆਤਮ ਨਿਰਭਰਤਾ ਇੰਡੀਪੈਂਡੈਂਟ ਯੂਟਿਲਿਟੀ ਆ। ਠੀਕ ਹੈ, ਵੱਖ-ਵੱਖ ਵਸਤੂਆਂ ਦੀ ਕੀ ਹੈ ਇੱਕ ਦੂਜੇ ਨੂੰ ਕੀ ਆ ਅਫੈਕਟ ਨਹੀਂ ਕਰਦੇ। ਸੋ the utility of a commodity depends on its own quantity rather than the quantities of other goods commodities। ठीक है, ਹੁਣ ਦੇਖੋ ਜਿਹੜੀ ਯੂਟਿਲਿਟੀ ਆਪਾਂ ਨੂੰ ਕੀ ਆ ਡਰਿੰਕ ਕਰਨ ਨਾਲ ਮਿਲਦੀ ਆ। ਠੀਕ ਹੈ, ਉਹ ਕੀ ਆ ਕੋਈ ਵੀ ਆਪਾਂ ਡਰਿੰਕ ਕਰ ਰਹੇ ਹਾਂ ਕੋਈ ਕੋਲਡ ਡਰਿੰਕ। ਠੀਕ ਹੈ, ਉਹ ਕੀ ਆ ਕਿਸੇ ਪੀਜ਼ਾ ਵਗੈਰਾ ਖਾਣ ਦੇ ਨਾਲ ਕੀ ਆ ਉਹਦੀ ਕੀ ਹੈ ਯੂਟਿਲਿਟੀ ਅਫੈਕਟ ਨਹੀਂ ਹੁੰਦੀ। ਠੀਕ ਹੈ, ਉਹ ਆਪਦੀ ਥਾਂ 'ਤੇ ਆ, ਉਹ ਆਪਦੀ ਥਾਂ 'ਤੇ ਆ। ਸੋ ਕੀ ਆ ਇਹਦੇ ਵਿੱਚ ਕੀ ਆ ਕਹਿੰਦੇ ਵੀ ਇਹ ਕੀ ਆ ਤੁਸ਼ਟੀਕੋਣ ਕੀ ਆ ਆਤਮ ਨਿਰਭਰ ਦਾ, ਵੀ ਹਰੇਕ ਦੀ ਆਪਦੀ ਕੀ ਆ ਯੂਟਿਲਿਟੀ ਆ। ਸੋ ਅੱਗੇ ਦੇਖੋ ਨੈਕਸਟ ਕਨਸਟੈਂਸੀ ਆਫ ਮਾਰਜਨਲ ਯੂਟਿਲਿਟੀ ਆਫ ਮਨੀ। ਦੇਖੋ ਮਾਰਜਨਲ MU ਬਾਰੇ ਆਪਾਂ ਪੜ੍ਹਿਆ ਸੀ, ਕਹਿੰਦੇ ਆ ਕੀ ਕਹਿੰਦੇ ਆ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਸਥਿਰ ਰਹਿੰਦਾ ਹੈ। ਆਪਾਂ ਪੜ੍ਹਿਆ ਨਾ ਕੌਂਸਟੈਂਟ ਦਾ ਮਤਲਬ ਹੁੰਦਾ ਠੀਕ ਹੈ ਸਥਿਰ ਰਹਿਣਾ। ਠੀਕ ਹੈ, ਉਹਦੇ ਵਿੱਚ ਕੋਈ ਵੀ ਚੇਂਜ ਨਾ ਆਉਣਾ। ਠੀਕ ਹੈ, ਕੌਂਸਟੈਂਟ ਸ਼ਬਦ ਤੋਂ ਕੀ ਬਣਿਆ ਕੌਂਸਟੈਂਸੀ ਸ਼ਬਦ ਬਣਿਆ। ਸੋ ਕੀ ਕਹਿੰਦੇ ਆ ਕਹਿੰਦੇ ਜਿਹੜੀ ਆਪਣੀ ਮੁਦਰਾ ਦਾ ਭੰਡਾਰ ਆ ਜਿਹੜਾ ਭੋਗੀ ਆ। ਠੀਕ ਹੈ, ਉਹਦੇ ਕੋਲ ਮੁਦਰਾ ਦਾ ਭੰਡਾਰ ਆ ਮਤਲਬ ਸੇਵਿੰਗ ਕਰਕੇ ਰੱਖੀ ਆ। ਠੀਕ ਹੈ, ਉਹਨੂੰ ਕੀ ਮੰਨ ਲੈਣਾ ਆਪਾਂ ਕੌਂਸਟੈਂਟ ਮੰਨ ਲੈਣਾ ਵੀ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਜਿਹੜਾ ਕਿ ਆਪਾਂ ਨੂੰ ਸੇਵਿੰਗ ਕਰਕੇ ਰੱਖੀ ਆ ਉਹ ਨਾ ਹੀ ਵੱਧਦੀ ਆ ਤੇ ਨਾ ਹੀ ਉਹ ਘਟਦੀ ਹੈ। ਠੀਕ ਹੈ, ਇਸ ਤੋਂ ਬਿਨਾਂ ਜਿਹੜੀ ਇਨਕਮ ਆ ਕੰਜ਼ਿਊਮਰ ਦੀ ਉਹ ਵੀ ਨਾ ਵੱਧਦੀ ਆ ਨਾ ਘਟਦੀ ਆ, ਉਹ ਵੀ ਕੀ ਆ ਕੌਂਸਟੈਂਟ ਆ ਸਥਿਰ ਰਹਿੰਦੀ ਆ। ਤੇ ਪ੍ਰਾਈਸ ਆਫ ਗੁੱਡਸ ਆ। ਠੀਕ ਹੈ, ਵੱਖ-ਵੱਖ ਚੀਜ਼ਾਂ ਦਾ ਪ੍ਰਾਈਸ ਆ, ਜਿਵੇਂ ਪੈਨ ਦਾ ਪ੍ਰਾਈਸ 10 ਰੁਪਏ ਆ। ਠੀਕ ਹੈ, ਨਾ ਉਹ ਵਧੂਗਾ ਨਾ ਉਹ ਘਟੂਗਾ, ਉੱਥੇ ਹੀ ਕੀ ਰਹੂਗਾ ਸਥਿਰ ਰਹੂਗਾ ਫਿਕਸ ਰਹੂਗਾ। ਇਸ ਤੋਂ ਅੱਗੇ ਦੇਖੋ ਕੀ ਆ ਕੌਂਸਟੈਂਸੀ ਆਫ ਇਨਕਮ ਐਂਡ ਪ੍ਰਾਈਸ। ਇਹ ਆਪਾਂ ਪਹਿਲਾਂ ਹੀ ਪੜ੍ਹ ਲਿਆ ਵੀ ਆਮਦਨ ਤੇ ਪ੍ਰਾਈਸ ਆ ਜਿਹੜੇ ਉਹ ਕੀ ਆ ਸਥਿਰ ਰਹਿੰਦੇ ਆ। ਠੀਕ ਹੈ, ਨੋ ਚੇਂਜ ਇਨ ਫੈਸ਼ਨ ਦੇ ਵਿੱਚ ਕਹਿੰਦੇ ਕੋਈ ਚੇਂਜ ਨਹੀਂ ਆਉਂਦਾ, ਪਰ ਰੀਅਲ ਲਾਈਫ ਵਿੱਚ ਕੀ ਹੈ ਫੈਸ਼ਨ ਦੇ ਵਿੱਚ ਕੀ ਹੈ ਚੇਂਜ ਆਉਂਦਾ ਰਹਿੰਦਾ। ਪਰ ਆਪਾਂ ਮੰਨ ਕੇ ਚੱਲ ਰਹੇ ਹਾਂ ਅਜ਼ੰਪਸ਼ਨਸ ਚੱਲ ਰਹੇ ਹਾਂ ਵੀ ਕੀ ਆ ਨੋ ਚੇਂਜ ਇਨ ਫੈਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ। ਠੀਕ ਹੈ, ਆਪਣੀਆਂ ਹੈਬਿਟਸ ਚੇਂਜ ਹੁੰਦੀਆਂ। ਠੀਕ ਹੈ, ਪਰ ਕੀ ਆ ਇਹਨਾਂ ਨੇ ਮੰਨ ਕੇ ਚੱਲਣਾ ਵੀ ਹੈਬਿਟਸ ਦੇ ਵਿੱਚ ਕੋਈ ਚੇਂਜ ਨਹੀਂ। ਐਂਡ ਦਾ ਟੇਸਟ ਆਫ ਦਾ ਕੰਜ਼ਿਊਮਰ, ਟੇਸਟ ਮਤਲਬ ਉਹਨਾਂ ਦਾ ਕੀ ਖਾਣ ਨੂੰ ਮਨ ਕਰ ਰਿਹਾ। ਠੀਕ ਹੈ, ਜਾਂ ਫਿਰ ਉਹਦਾ ਕੀ ਆ ਵੀ ਉਹਦਾ ਟੇਸਟ ਕੀ ਆ ਸੇਮ ਰਹਿੰਦਾ, ਕੋਈ ਵੀ ਉਹਦੇ ਵਿੱਚ ਬਦਲਾਵ ਨਹੀਂ ਆਉਂਦਾ। ਠੀਕ ਹੈ, ਕੰਜ਼ਿਊਮਰ ਦਾ ਟੇਸਟ ਫੈਸ਼ਨ ਐਂਡ ਹੈਬਿਟਸ ਕੀ ਆ ਨੋ ਚੇਂਜ ਮਤਲਬ ਇਹ ਵੀ ਕੀ ਆ ਕੌਂਸਟੈਂਟ ਰਹਿੰਦੇ ਆ। ਸੋ ਦੇਖੋ ਇਸ ਸਮਾਨਤਾ ਦੇ ਅਨੁਸਾਰ ਫੈਸ਼ਨ ਆਦਤਾਂ ਅਤੇ ਉਪਭੋਗੀ ਦਾ ਸਵਾਲ ਸਥਿਰ ਰਹਿੰਦਾ ਹੈ। ਠੀਕ ਹੈ, ਉਹ ਚੇਂਜ ਉਹਦੇ ਵਿੱਚ ਨਹੀਂ ਆਉਂਦਾ। ਸੋ ਅੱਜ ਆਪਾਂ ਕੀ ਕੀਤਾ ਕੰਜ਼ਿਊਮਰ ਦਾ ਪਹਿਲਾਂ ਮੀਨਿੰਗ ਤੇ ਦੈਨ ਅਜ਼ੰਪਸ਼ਨਸ ਕੀਤੀਆਂ। ਠੀਕ ਹੈ, ਆਪਣਾ ਲੈਕਚਰ ਇੱਥੋਂ ਤੱਕ ਹੀ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।